बच्चों ਅੱਜ ਦੇ ਇਸ BA 4th ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਲਾਸਟ ਲੈਕਚਰ ਦੇ ਵਿੱਚ ਅਸੀਂ ਯੂਨਿਟ 1 ਦੇ ਵਿੱਚ ਰਾਸ਼ਟਰੀ ਰਾਜਨੀਤਿਕ ਦਲਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਵਾਲਾ ਜਿਹੜਾ ਕੁਐਸਚਨ ਹੈ ਉਹ ਕੀਤਾ ਸੀ ਤੇ ਅੱਜ ਦਾ ਚੈਪਟਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸੀਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਵਾਲਾ ਚੈਪਟਰ ਹੈ ਉਹ ਸਾਈਮਲਟੇਨੀਅਸਲੀ ਚੱਲੂਗਾ ਇਹਦੇ ਨਾਲ ਸਾਈਮਲਟੇਨੀਅਸਲੀ ਚੱਲੂਗਾ 4th ਯੂਨਿਟ ਦੇ ਨਾਲ। ਸੋ ਅੱਜ ਮੈਂ ਜਿਹੜਾ ਹੈਗਾ यूनिट ਜਿਹੜਾ 4 ਹੈ ਉਹ ਸ਼ੁਰੂ ਕਰਾਣੀ ਹੈ ਤੁਹਾਨੂੰ ਤੁਹਾਡੇ ਸਿਲੇਬਸ ਦਾ यूनिट 4 ਠੀਕ ਹੈ ਜੀ। ਤੇ ਇਹਦਾ ਚੈਪਟਰ 1 ਹੈਗਾ ਇਹਦਾ ਮੈਂ ਤੁਹਾਨੂੰ ਉੱਧਰ ਪੀਡੀਐਫ ਵੀ ਸ਼ੇਅਰ ਕੀਤੀ ਸੀਗੀ ਆਪਣੇ ਗਰੁੱਪ ਦੇ ਵਿੱਚ ਤੇ ਉਸ ਪੀਡੀਐਫ ਦੇ ਵਿੱਚ ਜਿਹੜਾ ਹੈਗਾ ਅਸੀਂ ਇਹ ਗੱਲ ਸ਼ੇਅਰ ਉਸ ਪੀਡੀਐਫ ਦੇ ਐਪ ਦੇ ਵਿੱਚ ਅਸੀਂ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹਨੂੰ ਜਿਹੜੇ ਤੱਤ ਪ੍ਰਭਾਵਿਤ ਕਰਦੇ ਆ ਜਾਂ ਸਾਡੀ ਜਿਹੜੀ ਵਿਦੇਸ਼ ਨੀਤੀ ਹੈ ਉਹਦੇ ਕੀ ਉਦੇਸ਼ ਹੈਗੇ ਆ ਉਹਦੇ ਬਾਰੇ ਅੱਜ ਦੇ ਲੈਕਚਰ ਦੇ ਵਿੱਚ ਚਰਚਾ ਕਰਾਂਗੇ। ਸੋ ਇਹ ਵਾਲਾ ਚੈਪਟਰ ਵੀ ਥੋੜਾ ਜਿਹਾ मतलब कि लंबा है। लंबा कहने का मतलब कि इस चैप्टर से ज़्यादा क्वेश्चन नहीं बनते लेकिन इन्हें समझने वास्ते जो है घट तो घट 2 लैक्चर की सानू लोड़ है। सो ये मैं जो टॉपिक है सानू 2 लैक्चर के विच जिहड़ा कंक्लूड जिहड़ा कराऊंगा ठीक है जी। हुण अज तो पहले लैक्चर के विच असीं भारत की विदेश नीति का अर्थ समझांगे कि भारत की विदेश नीति बनाउण समय भारत के सामने किहड़े-किहड़े चैलेंजेस सीगे या भारत के सामने किहड़ियां-किहड़ियां परिस्थितियां सीगियां जिहदे अंदर साडे पहले प्रधानमंत्री श्री जवाहर लाल नेहरू ने जिहड़ा सी जिन्हां नूं भारत की विदेश नीति का नचेता मन्निया जाता है उन्होंने किहड़े-किहड़े चैलेंजेस फेस किए या अंतरराष्ट्रीय पद्धर उत्ते भारत ने किहड़े उद्देश्यां अचीव करना सी या पाना सी उहदे आधार उत्ते विदेश नीति दा जिहड़ा है भारत की विदेश नीति का जिहड़ा है निर्माण किया। हुण जे उस वेले दी आपां सिचुएशन देखिए जो भारत आजाद होया जी 15 अगस्त 1947 मतलब कि अंग्रेज भारत छड़ के 15 अगस्त 1947 चले गए सी पर आज़ादी के नाल नाल तुहानूं सारिआं नूं पता है कि पार्टीशन साडे देश का विभाजन भी होया पार्टीशन होया ठीक है जी। पाकिस्तान नाम का नवा देश जिहड़ा है वो बन गया ठीक है। अगर अंतरराष्ट्रीय पद्धर पर देखिए तो 1945 के 9 अगस्त 1945 अमरीका ने जिहड़ा जापान का शहर सी नागासाकी उहदे उत्ते एटमी बम सुट्टिया सी 6 अगस्त 1945 ਨੂੰ ਹੀਰੋਸ਼ੀਮਾ ਤੇ 9 अगस्त 1945 ਨੂੰ ਨਾਗਾਸਾਕੀ। ਇਹ ਅਮਰੀਕਾ ਨੇ 1942 ਦੇ ਵਿੱਚ ਜਿਹੜਾ पर्ल हार्बर उत्ते जापानियों ने अटैक किया दूसरे विश्व युद्ध के विच ओहदा बदला जिहड़ा है अमेरिका ने लिया ठीक है जी। समझ गए गल मैं तुहानूं इस करके दस रहा चैप्टर शुरू होने तो पहला कि तुहानूं तुहाडा थोड़ा जिहड़ा हैगा बेस बन जाए कि जिस समय भारत की विदेश नीति का निर्माण होना सी या भारत की विदेश नीति पंडित जवाहर नेहरू ने जो कटी सी उस वेले उस तो पहला अंतरराष्ट्रीय परिस्थिति की सी हुण उस टाइम पे एक यूएसए ते दूसरा सी यूएसएसआर। यूएसए ने तुम सारे जानते हो असं कहते हैं यूनाइटेड स्टेट्स ऑफ इन्हों आप कहते हैं यूनाइटेड स्टेट्स ऑफ ठीक है।
ਇਹਨੂੰ ਆਪਾਂ ਕਹਿੰਦੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੇ ਯੂਐਸਐਸਆਰ ਨੂੰ ਕਹਿੰਦੇ ਸੀਗੇ ਯੂਨੀਅਨ ਸੋਵੀਅਤ ਸੋਸ਼ਲਿਸਟ यूनियन इन यूएसएसआर ਜਿਹੜਾ ਸੀਗਾ ਜਿਹਨੂੰ ਅੱਜਕੱਲ ਅਸੀਂ ਜਿਹੜਾ ਹੈਗਾ ਰਸ਼ੀਆ ਕਹਿੰਦੇ ਆ ਜਿਹਨੂੰ ਆਪਾਂ ਰਸ਼ੀਆ ਦਾ ਨਾਮ ਦਿੰਦੇ ਆ ਇਹ 13 ਜਿਹੜੇ ਗਣਰਾਜ ਸੀਗੇ ਉਹਨਾਂ ਨੂੰ ਮਿਲਾ ਕੇ ਜਿਹੜਾ ਸੀ ਫੈਡਰੇਸ਼ਨ ਦੇ ਰੂਪ ਦੇ ਵਿੱਚ ਜਿਹੜਾ ਸੀਗਾ यूएसएसआर ਜਿਹੜਾ ਸੀਗਾ ਉਹ ਕੰਮ ਕਰ ਰਿਹਾ ਹੁਣ ਜਿਹੜਾ यूएसएसआर ਸੀਗਾ ਉਹਨੂੰ ਆਪਾਂ ਸੋਸ਼ਲਿਸਟ ਬਲਾਕ ਵੀ ਕਹਿੰਦੇ ਆ ਉਹਨੂੰ ਆਪਾਂ ਸੋਸ਼ਲਿਸਟ ਬਲਾਕ ਕਹਿੰਦੇ ਆ यूएसएसआर ਦਾ यूएसए ਨੂੰ ਅਸੀਂ ਕੈਪੀਟਲਿਸਟ ਬਲਾਕ ਕਹਿੰਦੇ ਆ ਠੀਕ ਹੈ ਹੁਣ ਸੋਸ਼ਲਿਜ਼ਮ ਕੀ ਹੈ ਜਾਂ ਕੈਪੀਟਲਿਜ਼ਮ ਕੀ ਹੈ ਠੀਕ ਹੈ ਇਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਪੂੰਜੀਵਾਦ ਇਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਸਮਾਜਵਾਦ ਇੱਕ ਮਤਲਬ ਕਿ ਜਿਹੜੇ ਵਿਸ਼ਵ ਸੀਗਾ ਉਸ ਵਿੱਚ ਦੋ ਬਲਾਕਸ ਦੇ ਵਿੱਚ ਵੰਡਿਆ ਗਿਆ ਵਿਸ਼ਵ ਸਾਡਾ ਜਿਹੜਾ ਸੀ ਦੋ ਬਲਾਕਸ ਵਿੱਚ ਵੰਡਿਆ ਗਿਆ ਕਿਹੜੇ ਆਧਾਰ ਤੇ ਦੋ ਵਿਚਾਰਧਾਰਾਵਾਂ ਦੇ ਆਧਾਰ ਤੇ ਧਿਆਨ ਨਾਲ ਸੁਣੋ ਨੂੰ ਇਸ ਆਧਾਰ ਉੱਤੇ ਦੋ ਵਿਚਾਰਧਾਰਾਵਾਂ ਦੇ ਆਧਾਰ ਉੱਤੇ ਇੱਕ ਨੂੰ ਆਪਾਂ ਪੂੰਜੀਵਾਦ ਦੇ ਵਿਚਾਰਧਾਰਾ ਕਹਿੰਦੇ ਹਾਂ ਇੱਕ ਨੂੰ ਸਮਾਜਵਾਦੀ ਵਿਚਾਰਧਾਰਾ ਕਹਿੰਦੇ ਹਾਂ ਜਿਹੜਾ यूएसए ਸੀ ਉਹ ਪੂੰਜੀਵਾਦੀ ਵਿਚਾਰਧਾਰਾ ਦਾ ਸਮਰਥਕ ਸੀ ਸਪੋਰਟਰ ਆਫ कैपिटलिज्म ਸੀ ਅਮਰੀਕਾ ਤੇ ਇਹ ਸਪੋਰਟਰ ਆਫ ਇਹਨੂੰ ਆਪਾਂ ਕਹਾਂਗੇ ਸਪੋਰਟਰ ਆਫ ਸੋਸ਼ਲਿਜ਼ਮ ਹੁਣ ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ ਤੁਹਾਨੂੰ ਇਹ ਦੋਨੋਂ ਜਿਹੜੀਆਂ ਟਰਮਸ ਹੈਗੀਆਂ पूंजीवाद और समाजवाद ਇਹਦਾ ਅਰਥ ਪਤਾ ਹੋਣਾ ਚਾਹੀਦਾ ਜਿਸ ਮੋਡ ਆਫ ਪ੍ਰੋਡਕਸ਼ਨ ਉਹ ਕਿਹੜੇ ਹੱਥ ਹੁੰਦੀ ਹੈ ਪੂੰਜੀਪਤੀਆਂ ਦੇ ਹੱਥ ਹੁੰਦੀ ਹੈ ਕੈਪੀਟਲਿਸਟ ਸਿਸਟਮ ਜਿਹੜਾ ਹੁੰਦਾ ਪੂੰਜੀਪਤੀ ਵਿਵਸਥਾ ਜਿਹੜੀ ਹੁੰਦੀ ਹੈ ਉਹਦੇ ਵਿੱਚ ਉਤਪਾਦਨ ਦਾ ਜਿਹੜਾ ਕੰਟਰੋਲ ਹੈ ਜਾਂ ਮੋਡ ਆਫ ਪ੍ਰੋਡਕਸ਼ਨ ਦਾ ਜਿਹੜਾ ਕੰਟਰੋਲ ਹੈ ਉਹ ਕਿਹਦੇ ਵੀ ਹੱਥ ਵਿੱਚ ਹੁੰਦਾ ਹੈ ਪੂੰਜੀਪਤੀਆਂ ਦੇ ਹੱਥ ਵਿੱਚ ਹੁੰਦਾ ਹੈ ਠੀਕ ਹੈ ਔਰ ਪੂੰਜੀਪਤੀ ਕੀ ਕਰਦੇ हैं ਪੂੰਜੀਪਤੀ ਅਸੀਂ ਰੋਕ ਲਾਉਂਦੇ ਕੀ ਕਰਦੇ ਨੇ ਇੰਡਸਟਰੀਜ਼ और इंडस्ट्रीज को जो मुनाफा होता है प्रॉफिट वो भी अपने को रखते हैं जो ਇਹੋ ਜਿਹੀ व्यवस्था ਜਿਹਦੇ ਵਿੱਚ ਆਰਥਿਕ ਪੱਧਰ ਤੇ ਜਿਹੜੀ ਮੋਡ ਆਫ ਪ੍ਰੋਡਕਸ਼ਨ ਹੈ ਜਾਂ ਜਿਹੜੀ ਅਰਥ ਵਿਵਸਥਾ ਹੈ ਅਗਰ ਦਾ ਕੰਟਰੋਲ ਕੈਪੀਟਲਿਸਟ ਦੇ ਹੱਥ ਵਿੱਚ ਹੋਵੇ ਉਹਨੂੰ ਆਪਾਂ ਪੂੰਜੀਵਾਦੀ ਵਿਵਸਥਾ ਕਹਿੰਦੇ ਹਾਂ ਬਹੁਤ ਆਮ ਭਾਸ਼ਾ ਦੇ ਵਿੱਚ ਹੁਣ ਇਹ ਵਿਚਾਰਧਾਰਾ ਇਸ ਵਿਚਾਰਧਾਰਾ ਦਾ ਜਨਮ ਕਿਹਦੀ ਪ੍ਰਕਿਰਿਆ ਦੇ ਰੂਪ ਦੇ ਵਿੱਚ ਹੋਇਆ ਕਿਉਂ ਹੋਇਆ ਇਸ ਵਿਚਾਰਧਾਰਾ ਦਾ ਜਨਮ ਇਸ ਕਰਕੇ ਹੋਇਆ ਕਿਉਂਕਿ ਇਸ ਕਰਕੇ ਹੋਇਆ ਕਿਉਂਕਿ ਪ੍ਰੋਫਿਟ ਜਿਹੜਾ ਹੈ ਜਿਹੜਾ ਮੁਨਾਫਾ ਹੁੰਦਾ ਸੀਗਾ ਇੰਡਸਟਰੀ ਲਾਉਣ ਤੋਂ ਬਾਅਦ ਚੀਜ਼ਾਂ ਵੇਚਣ ਤੋਂ ਬਾਅਦ ਹੁਣ ਮਿਹਨਤ ਕੌਣ ਕਰਦਾ ਸੀ ਇਹਦੇ ਵਿੱਚ ਲੇਬਰ ਕੌਣ ਕਰਦਾ ਸੀ ਵਰਕਿੰਗ ਕਲਾਸ ਜਿਹੜੀ ਹੈ ਉਹ ਲੇਬਰ ਕਰਦੀ ਸੀਗੀ ਔਰ ਜਿਹੜਾ ਪ੍ਰੋਫਿਟ ਹੈ ਉਹ ਕੌਣ ਰੱਖਦਾ ਸੀਗਾ ਉਹ ਪੂੰਜੀਪਤੀ ਰੱਖਦਾ ਸੀ ਮਤਲਬ ਹੋਣਾ ਕੀ ਚਾਹੀਦਾ ਸੀ ਜਿਹੜਾ ਇੰਡਸਟਰੀ ਤੋਂ ਪ੍ਰੋਫਿਟ ਸਾਨੂੰ ਹੁੰਦਾ ਹੈ ਉਹ ਪੂੰਜੀਪਤੀਆਂ ਔਰ ਮਜ਼ਦੂਰਾਂ ਦੇ ਵਿੱਚ ਘਾਰ ਵੰਡਿਆ ਜਾਣਾ ਚਾਹੀਦਾ ਜਾਂ ਮਜ਼ਦੂਰਾਂ ਨੂੰ ਉਹਨਾਂ ਦੀ ਮਿਹਨਤਾਂ ਨਾਲ ਤਾਂ ਚਲੋ ਇੰਡਸਟਰੀਜ਼ ਦਿੰਦੇ ਮਿਹਨਤਾਂ ਨਾਲ ਵੀ ਪੂਰਾ ਨਹੀਂ ਮਿਲਦਾ ਸੀ ਕਿਸੇ ਵੇਲੇ ਸੋ ਕਹਿਣ ਦਾ ਮਤਲਬ ਇਹ ਹੈ ਤੇ ਜਿਹੜੀ ਸਮਾਜਵਾਦੀ ਵਿਚਾਰਧਾਰਾ ਹੈ ਜਿਹਨੂੰ ਮਾਰਕਸਵਾਦ ਕਹਿੰਦੇ ਆ ਆਪਾਂ ਉਹਦਾ ਜਨਮ ਜਿਹੜਾ ਹੈ ਇਹਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਹੋਇਆ ਉਹ ਕਹਿੰਦੇ ਕਿ ਜਿਹੜਾ ਪੂੰਜੀਪਤੀ ਹੈ ਉਹ ਗੁਲਵਰਤਦਾਰ ਦਾ ਹੈਗਾ शोषण करते हैं और एक
ਜਿਹੜਾ शोषण है किस तरह खत्म होगा, ये शोषण एक क्रांति द्वारा खत्म होगा। उस क्रांति तो बाद ਜਿਹੜਾ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਸਥਾਪਿਤ ਹੋਊਗੀ ਤੇ ਉਸ ਤੋਂ ਬਾਅਦ ਜਿਹੜਾ ਵਰਗ ਰਹਿਤ ਰਾਜਨੀਤਿਕ ਸਮਾਜ ਦੀ ਰਚਨਾ ਹੋਊਗੀ। ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸਮਾਜਵਾਦ ਦੀ ਵਿਚਾਰਧਾਰਾ ਹੈ ਉਹਦੇ ਵਿੱਚ ਜਿਹੜਾ ਮੋਡ ਆਫ ਪ੍ਰੋਡਕਸ਼ਨ ਹੈ ਉਹਦੇ ਵਿੱਚ ਜਿਹੜਾ ਹੈ प्रॉफिट है ਉਹਨੂੰ ਵੰਡਣ ਦੀ ਗੱਲ ਕੀਤੀ ਜਾਂਦੀ ਹੈ ਜਾਂ ਤਾਨਾਸ਼ਾਹੀ ਦੀ ਗੱਲ ਕੀਤੀ ਜਾਂਦੀ ਕਿ मतलब कि ਇਹ ਸਿਸਟਮ ਖਤਮ ਹੋਊਗਾ, ਇਹਦੇ ਦੁਆਰਾ ਕ੍ਰਾਂਤੀ ਦੁਆਰਾ ਖਤਮ ਹੋਊਗਾ। ਸੋ 1945 ਦੇ ਵਿੱਚ ਇਹ ਜਿਹੜੀਆਂ ਦੋ ਪ੍ਰਮੁੱਖ ਵਿਚਾਰਧਾਰਾਵਾਂ ਸੀਗੀਆਂ ਇਹਦੇ ਆਧਾਰ ਉੱਤੇ ਜਿਹੜਾ ਸੀਗਾ ਵਿਸ਼ਵ ਜਿਹੜਾ ਸੀਗਾ ਦੋ ਸ਼ਕਤੀਸ਼ਾਲੀ ਰਾਜਨੀਤਿਕ ਸਮੂਹਾਂ ਵਿੱਚ ਵੰਡਿਆ ਗਿਆ ਜਿਹਨੂੰ ਆਪਾਂ ਬਲੌਕਸ ਕਹਿੰਦੇ ਹਾਂ। फिर इन्होंने दोनों ब्लॉक्स के विच की होया शीत युद्ध शुरू हो कोल्ड वॉर पॉलिटिक्स शुरू हो। ठीक है जी, इन्हों आप कहते हैं शीत युद्ध या ठंडी जंग शुरू हो गई जिहदा प्रभाव पूरे विश्व उत्ते पिया और कुछ जेहड़े देश सीगे यूरोप के कुछ देशों ने अमेरिका वाला ब्लॉक ज्वाइन कर लिया, कुछ देशों ने जिहड़ा सीगा सोवियत संघ वाला जो है ब्लॉक ज्वाइन कर लिया। ठीक है जी, और उस टाइम पे जेड़े उस टाइम पे की सीगा 1947 तो लैके अगर 1960 तक की ਆਪਾਂ ਗੱਲ ਕਰੀਏ ਇਹਦੇ ਵਿੱਚ ਕੀ ਹੋਇਆ ਡੀਕੋਲੋਨਾਈजेशन। ਡੀਕੋਲੋਨਾਈजेशन ਦਾ ਮਤਲਬ ਹੁੰਦਾ ਹੈ ਜਿਹੜਾ ਬਸਤੀਵਾਦੀ ਸਾਮਰਾज्य ਸੀ ਜਿਹਦਾ मतलब लीडर ਜਿਹੜਾ ਇੰਗਲੈਂਡ ਸੀਗਾ ਉਹ ਬਸਤੀਵਾਦੀ ਜਿਹੜੀ ਵਿਵਸਥਾ ਸੀ ਉਹ ਟੁੱਟਣੀ ਸ਼ੁਰੂ ਹੋ ਗਈ। ਸੋ ਬਸਤੀ ਜਿਹੜੀਆਂ ਬਸਤੀਆਂ ਸੀਗੀਆਂ ਉਹਨਾਂ ਦੀ ਜਿਹੜਾ ਟੁੱਟਣ ਦਾ ਪ੍ਰੋਸੈਸ ਸੀ ਜਾਂ ਉਹਨਾਂ ਨੂੰ ਖਤਮ ਕਰਨ ਦਾ ਜਜ਼ਬਾ ਉਸ ਵਿਵਸਥਾ ਨੂੰ ਖਤਮ ਕਰਨ ਦੀ ਜਿਹੜੀ ਪ੍ਰਕਿਰਿਆ ਸੀ ਉਹਨੂੰ ਆਪਾਂ ਡੀਕੋਲੋਨਾਈजेशन ਕਹਿੰਦੇ ਹਾਂ। ਸੋ ਡੀਕੋਲੋਨਾਈजेशन ਸ਼ੁਰੂ ਹੋ ਗਈ ਜੀ। Decolonization of recently independent countries। ਇੱਥੇ ਤੱਕ ਸਾਰਿਆਂ ਨੂੰ ਗੱਲ ਸਮਝ ਆ ਗਈ ਕਿ 1947 ਤੋਂ ਲੈ ਕੇ 1960 ਤੱਕ ਜਾਂ 1945 ਤੋਂ ਲੈ ਕੇ 1960 ਤੱਕ ਇਸ ਪੀਰੀਅਡ ਦੌਰਾਨ ਜਿਹੜੇ ਸੀ ਏਸ਼ੀਆ ਤੇ ਅਫਰੀਕਾ ਦੇ ਬਹੁਤ ਸਾਰੇ ਦੇਸ਼ ਆਜ਼ਾਦ ਹੋਏ और उन्होंने सामने जो उन्होंने अपनी विदेश नीति का संचालन करना सी उन्होंने सामने बहुत बड़ा प्रश्न सीगा कि किहो जी विदेश नीति बनाई जाए या किहो जी विदेश नीति का जिहड़ा है निर्माण जिहड़ा है वो कीता जाए। ठीक है जी, हुण उस टाइम पे भारत के जिहड़े पहले प्रधानमंत्री सीगे जिन्हां नूं असीं अपनी विदेश नीति का जिहड़ा है रचेता भी जिहड़ा है मानते हैं। ठीक है जी, वो विदेश नीति का रचेता भी असीं उन्होंने मानते हैं ਉਹਦਾ नहीं। ਹੁਣ देखो जी वर्ल्ड जिहड़ा सीगा आ मान लो विश्व है गॉड डिवाइडेड into two blocks। एक हो गया अमेरिकन ब्लॉक, एक हो गया यूएसएसआर ब्लॉक। ठीक है जी, इस आधार पे ऑन द बेसिस ऑफ आइडियोलॉजी। ठीक है जी, ऑन द बेसिस ऑफ आइडियोलॉजी ਜਿਹੜਾ ਸੀਗਾ गॉड डिवाइडेड। इस दौरान एक और बड़ी घटना घटी मैनी कंट्रीज Asia and Africa got ठीक है। एशिया ਅਤੇ ਅਫਰੀਕਾ ਦੇ ਜਿਹੜੇ ਦੇਸ਼ ਸੀਗੇ ਉਹ ਉਹਨਾਂ ਨੂੰ ਜਿਹੜੀ ਸੀ आजादी मिलनी शुरू हो गई। नाउ
The question arises. Now the question arises. How to train an independent foreign. ठीक है, एक क्वेश्चन ਨਹਿਰੂ ਦੇ ਅੱਗੇ ਵੀ ਸੀ ਅਤੇ ਹੋਰ ਜਿਹੜੇ ਨਵੇਂ ਆਜ਼ਾਦ ਹੋਏ ਦੇਸ਼ ਸੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਦੇ ਅੱਗੇ ਵੀ ਸੀ ਕਿ ਵਿਦੇਸ਼ ਨੀਤੀ ਸੁਤੰਤਰ ਵਿਦੇਸ਼ ਨੀਤੀ ਕਿੱਦਾਂ ਹੋਈ। ਹੁਣ ਪਹਿਲੀ ਗੱਲ ਤਾਂ ਜਿਹੜੇ ਨਹਿਰੂ ਜੀ ਸੀ ਉਹਨਾਂ ਨੇ ਫੈਸਲਾ ਕੀਤਾ, ਨਹਿਰੂ ਜੀ ਨੇ ਫੈਸਲਾ ਕੀਤਾ not to join any power block। ਨਹਿਰੂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਹਨਾਂ ਦੋਨਾਂ ਬਲਾਕਸ ਦੇ ਵਿੱਚੋਂ ਕੋਈ ਵੀ ਬਲਾਕ ਜਿਹੜਾ ਹੈ ਜੁਆਇਨ ਨਹੀਂ ਕਰਨਾ, ਕੋਈ ਵੀ ਬਲਾਕ ਦਾ ਹਿੱਸਾ ਨਹੀਂ ਬਣਨਾ। ਹੁਣ ਜਿਹੜੇ ਹੁਣ ਇਹਦੇ ਵਿੱਚ ਅਗਰ ਆਪਾਂ ਯੂਰਪ ਦੀ ਗੱਲ ਕਰੀਏ, ਪ੍ਰਮੁੱਖ ਤੌਰ ਤੇ ਯੂਰਪ ਦੀ ਗੱਲ ਕਰੀਏ, ਜੇ ਆਪਾਂ ਯੂਰਪ ਦੀ ਗੱਲ ਕਰੀਏ ਤੇ ਯੂਰਪ ਜਿਹੜਾ ਸੀਗਾ, ਜਿਹੜਾ ਈਸਟ ਯੂਰਪ ਸੀਗਾ ਜਾਂ ਈਸਟਰਨ ਯੂਰਪ ਸੀਗਾ, ਜਿਹੜਾ ਈਸਟਰਨ ਯੂਰਪ ਸੀਗਾ ਉਹ ਜਿਹੜਾ ਆਲ ਬਲਾਕ ਨਾਲ ਅਲਾਈਨ और जो वेस्टर्न यूरोप सीगा वो एक ब्लॉक नाल ज्वाइन। हुण जिद्दां जर्मनी का भी विभाजन होया होया सी, फॉर एग्जांपल जर्मनी की अगर एग्जांपल ले लें, जर्मनी एक सी वेस्ट जर्मनी, ठीक है, एक सी ईस्ट जर्मनी। ठीक है जी, जी वैस्ट जर्मनी सी उसकी कैपिटल बर्लिन सी, ठीक है, जी ईस्ट जर्मनी सी तो मैं ਤੁਹਾਨੂੰ ਦੱਸਾਂਗਾ ਕਿ कैपिटल याद नहीं आ रहा है। ਤਾਂ ਜਿਹੜਾ ਈਸਟਰਨ ਜਰਮਨੀ ਸੀ ਉਹਨੇ ਯੂਐਸਐਸਆਰ ਵਾਲਾ ਬਲਾਕ ਜੁਆਇਨ ਕਰ ਲਿਆ, ਔਰ ਜਿਹੜੀ ਵੈਸਟ ਜਰਮਨੀ ਸੀ ਉਹਨੇ ਅਮਰੀਕਾ ਵਾਲਾ ਬਲਾਕ ਜਿਹੜਾ ਸੀਗਾ ਉਹ ਜੁਆਇਨ ਕਰ ਲਿਆ। ਸੋ ਨਹਿਰੂ ਜੀ ਨੇ ਇਹ ਫੈਸਲਾ ਕੀਤਾ ਕਿ ਅਸੀਂ ਕੋਈ ਵੀ ਪਾਵਰ ਬਲਾਕ ਜਿਹੜਾ ਹੈਗਾ ਵਿਸ਼ਵ ਦੇ ਵਿੱਚ ਉਹਨੂੰ ਜੁਆਇਨ ਨਹੀਂ ਕਰਾਂਗੇ। ठीक है, दूसरा फैसला उन्होंने क्या किया, नॉट टू ज्वाइन एनी ब्लॉक। दूसरा फैसला उन्होंने किया, सेकंड डिसीजन made by Nehru was to frame ठीक है जी, ठीक है जी। सेकंड की क्या नहरू सेकंड डिसीजन made by Nehru was to pursue independent foreign policy। इंडिपेंडेंट फॉरेन पॉलिसी पहला किसी नॉट टू ज्वाइन एनी पावर ब्लॉक, किसी भी शक्ति गुट ਦੇ ਅਸੀਂ ਮੈਂਬਰ ਨਹੀਂ ਕਰਾਂਗੇ। ਦੂਜਾ ਕੀ ਸੀ ਕਿ ਅਸੀਂ ਇੱਕ ਜਿਹੜੀ ਹੈ ਸੁਤੰਤਰ ਵਿਦੇਸ਼ ਨੀਤੀ ਦਾ ਨਿਰਮਾਣ ਕਰਾਂਗੇ।
एक स्वतंत्र विदेश नीति का निर्माण करांगे। सो इंडिया ने कोई भी पावर ना ज्वाइन कर गया होगा, एक इंडिपेंडेंट फॉरेन पॉलिसी या एक इंडिपेंडेंट विदेश नीति का निर्माण करना ਜਿਹੜਾ ਸੀਗਾ ਫੈਸਲਾ ਜਿਹੜਾ ਸੀਗਾ ਠੀਕ ਹੈ। ठीक है जी। ਹੁਣ ਅੱਗੇ ਅਗਰ ਅੱਗੇ ਚੱਲੀਏ ਇਸ ਟੌਪਿਕ ਉੱਤੇ ਡਿਸਕਸ਼ਨ ਕਰੀਏ ਅੱਗੇ ਇਸ ਟੌਪਿਕ ਦੇ ਵਿੱਚ, ਤੇ ਹੁਣ ਨਹਿਰੂ ਜੀ ਕੀ ਕਹਿੰਦੇ ਹੁਣ ਵਿਦੇਸ਼ ਨੀਤੀ ਕੀ ਹੁੰਦੀ, ਉਹ ਹੁਣ ਸਵਾਲ ਪੈਦਾ ਹੁੰਦਾ ਹੈ ਵਾਟ ਇਜ਼ ਏ ਫੋਰਨ ਪਾਲਿਸੀ। फॉरेन पॉलिसी की होती है, विदेश नीति की होती है। फॉरेन पॉलिसी का ये मतलब नहीं है कि फॉरेन जाना या फॉरेन प्रतिद्वंदियों के नाल जिहड़ा है प्रतिस्पर्धा करना। विदेश नीति के आधार ते ही एक तो आप कहांगे इहनूं फिर बहुत सिंपल इहदी ਇਹਦਾ अर्थ दसना हो या परिभाषा दसनी हो, सेट ऑफ प्रिंसिपल्स ऑन द बेसिस ऑफ सेट ऑफ प्रिंसिपल्स और डॉक्ट्रिन कह लो, डॉक्ट्रिन को कहते हैं आइडियोलॉजिकल मूरीज, आइडियोलॉजिकल मूविंग्स भी कहते हैं, ठीक है, डॉक्ट्रिन्स भी कहते हैं, सेट ऑन द बेसिस ऑफ नेशन maintain their international commitment, ठीक है। एक तो ये अर्थ हो गया ਇਹੋ ਜਿਹੇ ਸਿਧਾਂਤ ਜਿਨ੍ਹਾਂ ਦੇ ਆਧਾਰ ਉੱਤੇ ਕੋਈ ਵੀ ਦੇਸ਼ ਆਪਣੀਆਂ ਜਿਹੜੀਆਂ ਅੰਤਰਰਾਸ਼ਟਰੀ ਆਪਣੇ ਕਮਿਟਮੈਂਟਸ ਹੈਗੀਆਂ ਉਹਨਾਂ ਨੂੰ ਨਿਭਾਉਂਦੇ ਨੇ, ਇਹੋ ਜਿਹੀ ਨੀਤੀ ਨੂੰ ਅਸੀਂ ਵਿਦੇਸ਼ ਨੀਤੀ ਕਹਿੰਦੇ, ਠੀਕ ਹੈ। ਇਹ ਕਿਸੇ ਰਾਈਟਰ ਦੀ ਡੈਫੀਨੇਸ਼ਨ ਨਹੀਂ ਹੈਗੀ, ਇਹ ਮੇਰੀ ਆਪਣੀ ਜਿਹੜੀ ਕੱਢੀ ਹੋਈ ਕੱਢਿਆ ਹੋਇਆ अर्थ है, ठीक है जी, या ਕੱਢਿਆ ਹੋਇਆ अर्थ है या निचोड़ है, ठीक है जी। दूसरी यदि ਜਿਹੜੀ ਹੈਗੀ ਹੈ नेशनल इंटरेस्ट देश या राष्ट्रीय, ਇਹਨੂੰ ਆਪਾਂ ਰਾਸ਼ਟਰੀ ਹਿੱਤ ਵੀ ਕਹਿੰਦੇ ਹਾਂ, ਦੇਸ਼ ਹਿੱਤ ਵੀ ਕਹਿੰਦੇ ਹਾਂ। ਹੁਣ ਇੱਥੇ ਆਪਾਂ ਇਹਦਾ ਪਹਿਲੇ ਆਪਾਂ ਨੂੰ ਸਮਝਣਾ ਪਏਗਾ ਕਿ ਰਾਸ਼ਟਰੀ ਹਿੱਤ ਕੀ ਹੁੰਦਾ ਹੈ ਜਾਂ ਨੈਸ਼ਨਲ ਇੰਟਰਸਟ ਜਿਹੜਾ ਹੈਗਾ ਉਹ ਕੀ। ਹੁਣ ਨੈਸ਼ਨਲ ਇੰਟਰਸਟ ਨੂੰ ਅਗਰ ਅਸੀਂ ਬਹੁਤ ਸਿੰਪਲ ਸ਼ਬਦਾਂ ਦੇ ਵਿੱਚ ਪਰਿਭਾਸ਼ਿਤ ਕਰਨਾ ਹੋਵੇ, ਇਸ ਨੂੰ ਆਪਾਂ ਕਹਾਂਗੇ ਦੇਸ਼ ਹਿੱਤ ਜਾਂ ਰਾਸ਼ਟਰੀ ਹਿੱਤ, ਜਿਹਦੇ ਉੱਤੇ ਵਿਦੇਸ਼ ਨੀਤੀ ਦਾ ਨਿਰਮਾਣ ਕੀਤਾ ਜਾਵੇ। ਇਸ ਤੋਂ ਬਗੈਰ ਵਿਦੇਸ਼ ਨੀਤੀ ਨਹੀਂ ਬਣ ਸਕਦੀ। ਇਹਨੂੰ ਵਿਦੇਸ਼ ਨੀਤੀ ਦੀ ਜਾਂ ਅੰਤਰਰਾਸ਼ਟਰੀ ਸੰਬੰਧਾਂ ਦੀ, ਫੋਰਨ ਪॉलिसी ਦੀ ਜਾਂ ਇੰਟਰਨੈਸ਼ਨਲ ਰਿਲੇਸ਼ਨ ਦੀ ਵੀ ਗੱਲ ਕਰੀਏ, ਹੁਣ ਫੋਰਨ पॉलिसी ਕੀ ਹੈ, ਇਹਦਾ ਆਧਾਰ ਹੈ ਅੰਤਰਰਾਸ਼ਟਰੀ ਸੰਬੰਧਾਂ ਦਾ ਆਧਾਰ। ਜੇ ਕੋਈ ਚੀਜ਼ ਹੈਗੀ ਹੈ ਉਹਨੂੰ ਆਪਾਂ फॉरेन पॉलिसी कहते हैं, और फॉरेन पॉलिसी बनने के आधार होते हैं उनको अपन नेशनल
ਆਪਾਂ ਜਿਹੜਾ ਹੈਗਾ ਨੈਸ਼ਨਲ ਇੰਟਰਸਟ ਸਮਝ ਗਏ ਗੱਲ। ਸੋ ਅੰਤਰਰਾਸ਼ਟਰੀ ਸੰਬੰਧਾਂ ਨੂੰ ਕਿਹੜੀ ਚੀਜ਼ ਡਿਟਰਮਿਨ ਕਰਦੀ ਹੈ, ਉਹ ਵੀ ਨੈਸ਼ਨਲ ਇੰਟਰਸਟ। ਇੰਟਰਨੈਸ਼ਨਲ ਰਿਲੇਸ਼ਨਸ ਆਰ determined by national। ਇੰਨਾ ਮੈਨੂੰ ਹੋਗਾ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ। ਇੱਕ ਦੋ ਵਾਰੀ ਸੁਣਿਓ ਇਹਨੂੰ ਲੈਕਚਰ ਨੂੰ ਤਾਂ ਤੁਹਾਨੂੰ ਸਮਝ ਲੱਗ ਜਾਏਗਾ। ਅਗਰ ਨਹੀਂ ਸਮਝ ਲੱਗਦਾ ਤੁਹਾਨੂੰ ਤੇ ਮੈਂ ਦੁਬਾਰਾ ਇਹਨੂੰ ਦੱਸਾਂਗਾ ਜਾਂ ਦੁਬਾਰਾ ਆਪਾਂ ਇਹਨੂੰ ਡਿਸਕਸ ਕਰ ਲਾਂਗੇ, ਜਾਂ ਤੁਹਾਡੇ ਜੋ ਪ੍ਰੋਬਲਮ ਸੈਸ਼ਨ ਹੋਏਗਾ ਉਹਦੇ ਵਿੱਚ ਅਸੀਂ ਜਿਹੜਾ ਡਿਸਕਸ ਜਿਹੜਾ ਉਹ ਕਰਾਂਗੇ। ਠੀਕ ਹੈ, तो मैं जरा रब करेंगे बोर्ड, फिर आप आगे चलते हैं। हुण विदेश नीति की लोड़ क्यों पैंदी, ये तो आप डिस्कस कर लिया। व्हाट इज फॉरेन पॉलिसी ਅਸੀਂ डिस्कस कर why we need a foreign policy। Why we need a foreign policy? ठीक है जी, ਇਹਦਾ we need foreign policy because पहला कारण no nation can live in no nation can live in isolation। कोई भी देश जिहड़ा है वो कल्ले नहीं रह सकता, अंतरराष्ट्रीय पद्धति पे कल्ले नहीं रह सकता। That is why we need international अंतरराष्ट्रीय संबंध बनाने वास्ते देश नीति की लोड़ पैंदी है। क्योंकि कोई भी जिहड़ा देश है वो अंतरराष्ट्रीय पद्धर उत्ते करना नहीं कर सकता। ठीक है, दूसरी तीसरी जी इंपॉर्टेंट गल हैगी है वो ये है, तीसरी जी महत्वपूर्ण गल है वो ये है कि कोई भी जिहड़ा देश है सेल्फ रिलायंट नहीं होंदा। सेल्फ जिहड़ा है रिलायंट नहीं होंदा, कोई भी देश जिहड़ा है वो सेल्फ रिलायंट नहीं। सेल्फ रिलायंट का मतलब है आत्म निर्भर नहीं होता। ठीक है, इसका एक विदेश नीति नहीं। आत्मनिर्भरता का मतलब ये है कि हर देश को जिहड़े है रिसोर्सेज की कमी नहीं। हर देश को सारे रिसोर्सेज नहीं मिलते, सारे स्रोत नहीं मिलते। सो इस करके ਅਸੀਂ ਜਿਹੜਾ ਹੈਗਾ दूसरे देशों नाल संबंध जो है स्थापित करते हैं, क्योंकि ਅਸੀਂ ਜਿਹੜੀ चीज़ की ਸਾਡੇ ਕੋਲ कमी है ਅਸੀਂ दूसरे देशों को ਲੈ सकते हैं। ठीक है, ਜਿਹੜੀ ਉਹਨਾਂ देशों की कमी है ਉਹਨੂੰ ਅਸੀਂ पूरा कर सकते हैं। सो आदान प्रदान करने वास्ते, व्यापार करने वास्ते और अंतरराष्ट्रीय ਜਿਹੜੀਆਂ ਸਾਡੀਆਂ ਕਮਿਟਮੈਂਟਸ ਹੈ ਉਹਨੂੰ ਪੂਰਾ ਕਰਨ ਵਾਸਤੇ ਜਿਹੜਾ ਹਰ ਦੇਸ਼ ਹੈ ਉਹਨੂੰ ਵਿਦੇਸ਼ ਨੀਤੀ ਦੀ ਲੋੜ ਪੈਂਦੀ ਹੈ। ਠੀਕ ਹੈ, ਇਸ ਕਰਕੇ ਅੰਤਰਰਾਸ਼ਟਰੀ ਜਿਹੜੇ ਅਸੀਂ ਸੰਬੰਧ ਹੈ ਅੰਤਰਰਾਸ਼ਟਰੀ ਪੱਧਰ ਤੇ ਉਹ
स्थापित करेगा। इतने तक समझ आ गया सारा, ठीक है। हुण अगला जिहड़ा इस प्रश्न का भाग है वो है अर्थ फॉरेन पॉलिसी का अर्थ और डेफिनेशन और परिभाषा। इन्हीं कारणों करके या इन्हीं कारणों की वजह से हमें विदेश नीति की जरूरत पड़ती है। और विदेश नीति का अर्थ क्या है, या जो अलग अलग विचारक हैं अंतर्राष्ट्रीय संदर्भ में, उन्होंने विदेश नीति को कैसे परिभाषित किया, उनके अनुसार विदेश नीति क्या है। अब मैंने आपको पहले भी ये बताया कि विदेश नीति का रचयिता, भारत की विदेश नीति का रचयिता, फाउंडर ऑफ इंडिया फॉरेन पॉलिसी was पंडित नेहरू, the first prime minister। ठीक है, वो क्या कहते थे विदेश नीति के बारे में? वो कहते थे कि हमने अंतरराष्ट्रीय स्तर पर कि ਅਸੀਂ अंतरराष्ट्रीय पद्धति ਉੱਤੇ not to join any power laws। ठीक है। दूसरी बात नेहरू जी करते थे कि अंतरराष्ट्रीय संबंधों का संचालन करने के लिए जो सिद्धांत निर्धारित करेगा भारत, या जिन सिद्धांतों के आधार पर हम अंतरराष्ट्रीय संबंधों को या अंतरराष्ट्रीय मंच पर अपने आप को स्थापित करेंगे, ठीक है, उसको उन्होंने विदेश नीति कहा। सेट ऑफ प्रिंसिपल्स on the basis of which international relations are established or India's international commitment। इसको नेहरू जी ने विदेश नीति का नाम दिया। इसमें उन्होंने एक बात को और जोड़ा है, वो है नेशनल। इसको उन्होंने राष्ट्रीय विदेश नीति के जो सिद्धांत है उनका निर्माण जो होगा वो हमेशा ही राष्ट्रीय के आधार पर होगा। ठीक है। अब इस संदर्भ में कई और विचारकों ने अपनी परिभाषाएं की हैं, ठीक है। इसमें मुख्य विचारक हैं डॉक्टर जॉनसन, ठीक है जी, एन.एस. हिल है, आर्टमैन है, ठीक है। इसके बाद आर्टमैन के बाद है जॉर्ज मोडेस्की,
जो डॉक्टर थॉमसन है वो कहते हैं फॉरेन पॉलिसी इज द आर्ट ऑफ फॉरेन पॉलिसी इज द आर्ट ऑफ गवर्नमेंट chiefly chiefly in respect to chiefly in respect to दोबारा लिखना है लिख लिया है ਹੁਣ ਜਿਹੜੇ ਡਾਕਟਰ ਜੌਨਸਨ ਹੈਗੇ ਆ ਉਹ ਕੀ ਕਹਿੰਦੇ ਡਾਕਟਰ ਜੌਨਸਨ ਕਹਿੰਦੇ ਆ ਫੋਰਨ ਪॉलिसी ਕੀ ਹੈ ਫੋਰਨ पॉलिसी ਇਜ਼ ਦੀ ਆਰਟ ਆਫ ਗਵਰਨਮੈਂਟ chiefly in relation to chiefly in relation to foreign powers ठीक है जो डॉक्टर जॉनसन है वो विदेश नीति ਨੂੰ ਇੱਕ ਕਲਾ ਮੰਨ ਰਿਹਾ ਹੈ ਕਿੱਦਾਂ ਦੀ ਕਲਾ ਜਿਹੜੀ ਕਿ ਸਰਕਾਰ ਦੇ ਜਾਂ ਜਿਸਦਾ ਸੰਬੰਧ ਸਰਕਾਰ ਦੇ ਨਾਲ ਹੁੰਦਾ ਹੈ ਠੀਕ ਹੈ ਕਿਹਦੇ ਸੰਬੰਧ ਦੇ ਵਿੱਚ ਜਿਹੜੀਆਂ ਵਿਦੇਸ਼ੀ ਤਾਕਤਾਂ ਹੁੰਦੀਆਂ ਉਹਦੇ ਸੰਬੰਧ ਵਿੱਚ ਸੋ ਉਹਨੇ ਜਿਹੜਾ ਹੈ ਆਰਟ ਆਫ ਗਵਰਨਮੈਂਟ ਜਿਹੜਾ ਹੈ ਕਿਹਾ ਇਸ ਤੋਂ ਬਾਅਦ ਇੱਕ ਹੋਰ ਵਿਚਾਰਕ ਹੈਗਾ ਐਨਐਸ ਹਿਲ एनएस हिल ਜਿਹੜਾ ਹੈਗਾ ਉਹਨੇ ਫੋਰਨ ਪॉलिसी ਨੂੰ ਕੰਟੈਂਟ ਐਂਡ ਸਬਸਟੈਂਸ ਨੂੰ ਕੰਟੈਂਟ ਤੇ ਸਬਸਟੈਂਸ ਹੁੰਦੀਆਂ to efforts to promote efforts to promote nationalism मतलब ਇਹੋ ਜਿਹਾ ਵਿਸ਼ੇ ਹੈ ਵਿਦੇਸ਼ ਨੀਤੀ ਜਾਂ ਅੰਤਰਰਾਸ਼ਟਰੀ ਸੰਬੰਧਾਂ ਦਾ ਇਹੋ ਜਿਹਾ ਸਾਰਾਂਸ਼ ਹੈ इसका प्रमुख काम राष्ट्रीय हित प्रमोट करना प्रमोट का मतलब पता है प्रधान अगे लेके जाना मैं तो इस चीज को एक एग्जांपल ना समझाना प्रमोशन ऑफ नेशनल इंटरेस्ट की होता है देखो जी मैं तो पहले भी दसिया कि विदेश नीति का आधार राष्ट्रीय हित है विदेश नीति बनती राष्ट्रीय हित ਨੂੰ ਪ੍ਰਮੋਟ ਕਰਨਾ ठीक है ਹੁਣ ਇਹਦੀ ਐਗਜ਼ਾਮਪਲ ਕਿਦਾਂ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਭਾਰਤ ਨੇ ਕੋਈ ਵੀ ਜਿਹੜਾ ਬਲੌਕ ਸੀਗਾ ਉਹਨੂੰ ਜੁਆਇਨ ਨਹੀਂ ਕੀਤਾ ਕਿਸੇ ਵੀ ਅੰਤਰਰਾਸ਼ਟਰੀ ਜਿਹੜੇ ਮੋਰਚੇ ਬਣੇ ਸੀ ਜੋ ਵਿਚਾਰਧਾਰਾ ਦੇ ਆਧਾਰ ਤੇ ਉਹਨੂੰ ਜੁਆਇਨ ਨਹੀਂ ਕੀਤਾ ਤੇ ਉਹਨਾਂ ਨੇ ਵਿਸ਼ਵ ਪੱਧਰ ਉੱਤੇ एक न्यूट्रल गल की असं दोनों प्लॉट्स को ज्वाइन नहीं करना न्यूट्रल गल की
ठीक है कि ਅਸੀਂ ਕਿਸੇ ਵੀ ਬਲਾਕ ਨੂੰ ਜੁਆਇਨ ਨਹੀਂ ਕਰਾਂਗੇ, ਅਸੀਂ ਆਪਣੀ ਇੰਡੀਪੈਂਡੈਂਟ ਵਿਦੇਸ਼ ਨੀਤੀ ਦਾ ਸੰਚਾਲਨ ਕਰਾਂਗੇ। ਸੋ ਇਸ ਗੱਲ ਨਾਲ ਕਈ ਦੇਸ਼ ਸਹਿਮਤ ਹੋਏ। ਇਹ ਭਾਰਤ ਦੀ ਵਿਦੇਸ਼ ਨੀਤੀ ਦਾ ਇੱਕ ਪ੍ਰਮੁੱਖ ਜਿਹੜਾ ਸੀਗਾ ਮੂਲ ਮੰਤਰ ਬਣਿਆ। ਇਹ ਭਾਰਤ ਦੀ ਵਿਦੇਸ਼ ਨੀਤੀ मतलब कि भारत के राष्ट्रीय हित दे विच उस वेले ये गल सी कि असीं कोई भी जिहड़ा ब्लॉक है उहनूं ज्वाइन नहीं करना। अगर असीं ब्लॉक राजनीति विच फस जांदे उस वेले जो तुसीं अज पाकिस्तान का हाल देख रहे हो, क्योंकि पाकिस्तान ने जिहड़ा हैगा है वो अमरीका वाला ब्लॉक ज्वाइन कीता सी, जिहड़े अमेरिका के सैनिक अलायंसिस सीगे ਉਹਨੂੰ ਵੀ ਜੁਆਇਨ ਕੀਤਾ ਸੀ, ਜਿੱਦਾਂ ਸੀਟੋ ਸੀ ਸੈਂਟਰ ਸੀ ਨਾ ਉਹ ਜਿਹੜੇ ਮਿਲਟਰੀ ਅਲਾਈਅੰਸ ਸੀਗੇ। ਸੋ ਇਸੇ ਤਰ੍ਹਾਂ ਜਿਹੜਾ ਯੂਐਸਐਸਆਰ ਵਾਲਾ ਬਲਾਕ ਸੀ, ਜਿਹੜੀਆਂ ਕੰਟਰੀਜ਼ ਨੇ ਉਹ ਬਲਾਕ ਜੁਆਇਨ ਕੀਤਾ, ਤਾਂ ਉਹਨਾਂ ਦੇਸ਼ਾਂ ਨੇ ਮਿਲਟਰੀ ਅਲਾਈਅੰਸ ਜੁਆਇਨ ਕੀਤਾ ਸੀ ਵਾਰਸਾ ਪੈਕਟ ਨੇ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਹਿੱਲ ਹੈ ਉਹ ਵਿਦੇਸ਼ ਨੀਤੀ ਨੂੰ, ਫੋਰਨ ਪਾਲਿਸੀ ਨੂੰ सबस्टांस भी बन गया है, कंटेंट भी बन गया और मतलब एक ਇਹੋ ਜਿਹਾ ਸਾਰ ਬਣ ਰਿਹਾ ਹੈ ਵਿਦੇਸ਼ ਨੀਤੀ ਦਾ, ਜਿਹਦੇ ਵਿੱਚ ਨੈਸ਼ਨਲ ਇੰਟਰਸਟ ਜਿਹੜਾ ਹੈਗਾ ਉਹ ਪ੍ਰਮੋਟ ਜਿਹੜਾ ਹੈਗਾ। ठीक है जी, अज का मैं लैक्चर ਜਿਹੜਾ ਇੱਥੇ खत्म करदा है। इसका मीनिंग ਨੂੰ थोड़ा ਜਿਹਾ ਹੋਰ डिस्कस करांगे कल, ਤੇ ਪਲੱਸ ਜਿਹੜੇ ਇਹਦੇ ਡਿਟਰਮੀਨੈਂਟਸ ਹੈਗੇ ਆ ਉਹਨੂੰ ਆਪਾਂ ਡਿਸਕਸ ਕਰਾਂਗੇ ਕਿ ਕਿਹੜੇ ਨਿਰਧਾਰਕ ਤੱਤ ਹੈ ਜਿਹੜੇ ਆਧਾਰ ਉੱਤੇ ਭਾਰਤ ਨੇ ਆਪਣੀ ਵਿਦੇਸ਼ ਨੀਤੀ ਦਾ ਜਿਹੜਾ ਸੀਗਾ ਨਿਰਮਾਣ ਕੀਤਾ। ਠੀਕ ਹੈ ਜੀ, ਸਮਝ ਗਏ ਗੱਲ? ਮੈਨੂੰ ਉਮੀਦ ਹੈ ਕਿ ਤੁਸੀਂ ਸਾਰਾ ਇਸ ਟੌਪਿਕ ਨੂੰ ਸਮਝੇ, ਕਿਉਂਕਿ ਮੈਂ ਬਹੁਤ ਡਿਟੇਲ ਚ ਕਰਾਇਆ। ਸੋ मैं कल कोशिश करूंगा कि ये टॉपिक खत्म हो जाए। अगर नहीं होता कल खत्म तो इसको अगले दिन जुलाई कर अपन की जरूरी है कि अपना सिलेबस जोड़ा है सही स्पीड ਅਤੇ सही इमोशनल थिंकिंग के नाल जोड़ा है अगे बढ़ रहा है। सो मैनूं उम्मीद है कि तुसीं सारे जने अपने घरां दे विच सेफ ਅਤੇ ਸਾਊਂਡ ਹੋਵੋਗੇ। सो अज का मैं लैक्चर इत्थे ही समाप्त करना है। मेरा ये लैक्चर लाने ਲਈ बहुत बहुत ਤੁਹਾਡਾ ਧੰਨਵਾਦ, बहुत बहुत शुक्रिया। जय हिंद, जय भारत।